Good morning, 8th class. My name is Mandeep Kaur from Guru Hargobind Public High School, Fatehgarh. Today, we will discuss about your second chapter of civics. The chapter name is Ideas and Ideals of Indian Constitution. ਹਾਂਜੀ ਕਿ ਜਿਹੜਾ ਭਾਰਤੀ ਸੰਵਿਧਾਨ ਹੈ ਆਪਾਂ ਉਹਦੇ ਵਿੱਚ ਕਿਹੜੇ ਕਿਹੜੇ ਆਈਡੀਆਸ ਨੇ ਤੇ ਉਹਦਾ ਆਈਡਲ ਮਤਲਬ ਕੀ ਆ ਉਹਦੇ ਬਾਰੇ ਆਪਾਂ ਪੜਾਂਗੇ। ਕਹਿੰਦੇ ਜਿਹੜਾ ਇੰਡੀਆ ਐਜ਼ ਯੂ ਨੋ ਵਾਜ਼ under British rule almost 200 years. Under British rule we were compelled to obey laws that favor our rulers and not us. ਕੀ ਕਹਿੰਦੇ ਜੀ ਕਹਿੰਦੇ ਭਾਰਤ ਦੇ ਵਿੱਚ ਕੀ ਸੀ ਕਹਿੰਦੇ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਦੇ ਬ੍ਰਿਟਿਸ਼ ਰੂਲ ਸੀਗਾ 200 ਸਾਲ ਸੀਗਾ ਇਹ ਰੂਲ ਹੈ ਜਿਹੜਾ ਕਹਿੰਦੇ ਬ੍ਰਿਟਿਸ਼ ਰੂਲ ਦੇ ਅੰਡਰ ਕੀ ਹੁੰਦਾ ਸੀ ਆਪਾਂ ਨੂੰ ਕਿਹੜੇ ਲਾਜ਼ ਨੂੰ ਆਪਾਂ ਮੰਨਦੇ ਸੀ ਕਿਹੜੇ ਕਾਨੂੰਨਾਂ ਨੂੰ ਆਪਾਂ ਮੰਨਦੇ ਸੀਗੇ ਆਪਾਂ ਓਵਰ ਕਾਨੂੰਨਾਂ ਨੂੰ ਮੰਨਦੇ ਸੀ ਜਿਹੜੇ ਰੂਲਰ ਸੀ ਆਪਣੇ 'ਤੇ ਰੂਲ ਕਰਦੇ ਸੀ ਉਹਨਾਂ ਲੋਕਾਂ ਦੇ ਹੱਕ ਵਿੱਚ ਸੀਗੇ ਉਹਨਾਂ ਨੂੰ ਕਾਨੂੰਨਾਂ ਨੂੰ ਮੰਨਦੇ ਸੀ ਆਪਾਂ ਨਾ ਕਿ ਉਹ ਕਾਨੂੰਨਾਂ ਨੂੰ ਜਿਹੜੇ ਕਿ ਸਾਡੇ ਹੱਕ ਵਿੱਚ ਸੀਗੇ। ਕਹਿੰਦੇ ਇਸੇ ਕਰਕੇ 1946 ਦੇ ਵਿੱਚ ਕੀ ਹੋਇਆ ਕਹਿੰਦੇ ਕੁਝ ਕੁ ਜਿਹੜੇ ਵਾਈਸ ਪੀਪਲ ਸੀਗੇ ਜਾਂ ਵਾਈਸ ਥਿੰਕਰ ਸੀਗੇ ਇੰਡੀਆ ਦੇ ਉਹਨਾਂ ਨੇ ਕਹਿੰਦੇ ਇੰਡੀਆ ਵਾਜ਼ ਇਲੈਕਟਡ ਟੂ ਫਾਰਮ ਅ ਕੌਂਸਟੀਟਿਊਟ ਅਸੈਂਬਲੀ ਉਹਨਾਂ ਨੇ ਇੱਕ ਸੰਵਿਧਾਨਿਕ ਅਸੈਂਬਲੀ ਬੁਲਾਈ ਹੂਜ਼ ਮੇਨ ਪਰਪਜ਼ ਵਾਜ਼ ਟੂ ਫਰੇਮ ਅ ਕੌਂਸਟੀਟਿਊਸ਼ਨ ਫॉर ਇੰਡੀਪੈਂਡੈਂਟ ਇੰਡੀਆ ਜਿਹਦਾ ਮੇਨ ਮੋਟਿਵ ਕੀ ਸੀਗਾ ਮਤਲਬ ਸੰਵਿਧਾਨ ਬਣਾਉਣਾ ਸੀਗਾ ਇੱਕ ਆਜ਼ਾਦ ਭਾਰਤ ਦੇ ਲਈ। ਦੇ ਟੁਕ ਆਲਮੋਸਟ 3 years ਟੂ ਕੰਪਲੀਟ ਦਿਸ ਇਮੈਂਸਲੀ ਚੈਲੰਜਿੰਗ ਟਾਸਕ ਕੀ ਕਹਿੰਦੇ ਉਹਨਾਂ ਨੂੰ ਇਹ ਸਭ ਕੰਮ ਕਰਨ ਦੇ ਵਿੱਚ 3 ਸਾਲ ਲੱਗੇ ਆ ਇਹ ਚੈਲੰਜ ਕੰਪਲੀਟ ਕਰਨ ਦੇ ਲਈ। They had to draft the constitution keeping in mind the needs and aspiration of various ethnic, religions, linguistic and cultural groups. ਕੀ ਕਹਿੰਦੇ ਉਹਨਾਂ ਨੇ ਜਿਹੜਾ ਇਹ ਸੰਵਿਧਾਨ ਲਿਖਿਆ ਕਿਹਨੂੰ ਧਿਆਨ 'ਚ ਰੱਖਦੇ ਹੋਏ ਲਿਖਿਆ ਉਹਨਾਂ ਨੇ ਦੇਖਿਆ ਕਿ ਜਿਹੜੇ ਅਲੱਗ-ਅਲੱਗ ਐਥਨਿਕ ਗਰੁੱਪਸ ਨੇਗੇ ਸਾਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਜਿਹੜੇ ਲੋਕ ਨੇ ਅਲੱਗ-ਅਲੱਗ ਮਤਲਬ ਉਹਨਾਂ ਦੀ ਭਾਸ਼ਾ ਅਲੱਗ-ਅਲੱਗ ਹੈ ਉਹਨਾਂ ਸਾਰੇ ਲੋਕਾਂ ਨੂੰ ਧਿਆਨ ਵਿੱਚ ਉਹਨਾਂ ਦੀਆਂ ਨੀਡਸ ਨੂੰ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਇਹ ਸੰਵਿਧਾਨ ਲਿਖਿਆ। ਦੇਅਰ ਆਰ ਆਲਸੋ ਦਾ ਸਟ੍ਰਿੰਜਰ ਹੋਲਡ ਆਫ ਦਾ ਕਾਸਟ ਐਂਡ ਕੰਟਰੀਜ਼ ਆਫ ਜੈਂਡਰ ਡਿਸਕ੍ਰਿਮੀਨੇਸ਼ਨ। ਹਾਂਜੀ ਕਹਿੰਦੇ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਹਿੰਦੇ ਜਿਹੜਾ ਕਾਸਟ ਸਿਸਟਮ ਸੀਗਾ ਉਹਨੂੰ ਵੀ ਹੋਲਡ ਕਰਕੇ ਰੱਖਿਆ ਠੀਕ ਹੈ ਜੀ। ਅਤੇ ਜਿਹੜਾ ਮਤਲਬ ਕਾਸਟ ਦੇ ਆਧਾਰ 'ਤੇ ਜਾਂ ਫਿਰ ਜੈਂਡਰ ਦੇ ਆਧਾਰ 'ਤੇ ਜਿਹੜਾ ਵਿਤਕਰਾ ਕੀਤਾ ਜਾਂਦਾ ਸੀ ਉਹ ਵੀ ਇਹਨਾਂ ਨੇ ਧਿਆਨ ਦੇ ਵਿੱਚ ਰੱਖਿਆ। ਕਹਿੰਦੇ ਬਹੁਤ ਹੀ ਜ਼ਿਆਦਾ ਮਤਲਬ ਕੀ ਹੈ ਬਹੁਤ ਹੀ ਜ਼ਿਆਦਾ ਸਿਆਣਪ ਵਰਤਣ ਤੋਂ ਬਾਅਦ ਇਹ ਸੰਵਿਧਾਨ ਹੈ ਜਿਹੜਾ ਇਹ ਮਤਲਬ ਕੌਂਸਟੀਟਿਊਸ਼ਨ ਹੈ ਇਹਦਾ ਇੱਕ ਡਾਕੂਮੈਂਟ ਬਣਿਆ ਇਹਨੂੰ ਲਿਖਿਆ ਗਿਆ ਜਿਹਦੇ ਵਿੱਚ ਕੀ ਸੀਗਾ ਮਤਲਬ ਫੁੱਲ ਆਫ ਆਈਡਲਸ ਸੀਗਾ ਠੀਕ ਹੈ ਜੀ। ਅਤੇ ਜਿਹੜਾ ਕੀ ਸੀਗਾ ਪ੍ਰੈਕਟੀਕਲ ਫਾਰਮ 'ਚ ਸੀਗਾ ਇੱਦਾਂ ਨਹੀਂ ਸੀ ਕਿ ਲਿਖਿਆ ਤਾਂ ਉਹਨੂੰ ਛੱਡਤਾ ਉਹਨੂੰ ਪ੍ਰੈਕਟੀਕਲੀ ਕੀ ਕੀਤਾ ਅਪਲਾਈ ਕੀਤਾ। ਕੀ ਕਹਿੰਦੇ ਦੇ ਕੀ ਫੀਚਰਸ ਆਫ ਦਾ ਕੌਂਸਟੀਟਿਊਸ਼ਨ ਆਰ ਬਰੀਫਲੀ ਐਕਸਪਲੇਨਡ ਜਿਹੜੇ ਕੀ ਫੀਚਰਸ ਨੇਗੇ ਉਹ ਨੀਚੇ ਐਕਸਪਲੇਨ ਕੀਤੇ ਗਏ ਆ। ਇਹਨਾਂ ਦੀ ਸਟੱਡੀ ਹੈ ਜਿਹੜੀ ਉਹ ਆਪਾਂ ਨੂੰ ਮਤਲਬ ਕਿ ਦੱਸਦੀ ਹੈ ਕਿ ਕੌਂਸਟੀਟਿਊਸ਼ਨ ਜਿਹੜੇ ਮੇਕਰ ਸੀਗੇ ਜਿਨ੍ਹਾਂ ਨੇ ਇਹਨੂੰ ਸ਼ੇਪ ਦਿੱਤੀ ਠੀਕ ਹੈ ਜੀ ਉਹਨਾਂ ਨੇ ਕੀ ਕੀਤਾ ਕਹਿੰਦੇ ਵੀ ਇਹਨੂੰ ਰੀਅਲ ਦੇ ਵਿੱਚ ਅਸਲ ਦੇ ਵਿੱਚ ਇੱਕ ਡੈਮੋਕ੍ਰੇਟਿਕ ਜਿਹੜੀ ਕੰਟਰੀ ਆ ਉਹਦਾ ਮਤਲਬ ਸ਼ੇਪ ਦਿੱਤੀ ਆ ਭਾਰਤ ਨੂੰ। ਨੈਕਸਟ ਆ ਜੀ ਕੀ ਫੀਚਰਸ ਆਫ ਦਾ ਕੌਂਸਟੀਟਿਊਸ਼ਨ। ਹਾਂਜੀ ਹੁਣ ਆਪਾਂ ਜਿਹੜੇ ਕੀ ਫੀਚਰਾਂ ਦੀ ਉੱਪਰ ਗੱਲ ਕੀਤੀ ਆ ਕਿ ਸੰਵਿਧਾਨ 'ਚ ਹੈਗੇ ਆ ਉਹਨਾਂ ਨੂੰ ਸਟੱਡੀ ਕਰਦੇ ਹਾਂ। ਫਸਟ ਹੈ ਦੀ ਪ੍ਰੀਐਂਬਲ ਦੇ ਵਿੱਚ ਕੀ ਹੈ ਪ੍ਰੀਐਂਬਲ ਕੀ ਹੁੰਦਾ ਮਤਲਬ ਸ਼ੁਰੂ ਦੇ ਪੁਆਇੰਟ ਇੰਟਰੋਡਕਸ਼ਨ ਹੁੰਦੀ ਆ। ਕਹਿੰਦੇ ਆਰ ਕੌਂਸਟੀਟਿਊਸ਼ਨ ਬਿਗੇਨਸ ਵਿਦ ਏ ਪ੍ਰੈਫਰੈਂਸ ਔਰ ਇੰਟਰੋਡਕਸ਼ਨ ਕਾਰਡ ਦਾ ਪ੍ਰੀਐਂਬਲ। ਹਾਂਜੀ ਕੋਈ ਵੀ ਸੰਵਿਧਾਨ ਹੈ ਜਿਹੜਾ ਸਾਡਾ ਸੰਵਿਧਾਨ ਹੈ ਕਹਿੰਦੇ ਇੰਟਰੋਡਕਸ਼ਨ ਦੇ ਨਾਲ ਸਟਾਰਟ ਹੋਇਆ ਜਿਹਨੂੰ ਪ੍ਰੀਐਂਬਲ ਦਾ ਨਾਮ ਦਿੱਤਾ ਗਿਆ। ਇਹਦੇ ਹਾਈਲਾਈਟਸ ਮਤਲਬ ਇਟ ਹਾਈਲਾਈਟਸ ਦੀ ਗੋਲ ਐਂਡ ਐਸਪੀਰੇਸ਼ਨ ਆਫ ਇੰਡੀਅਨ ਪੀਪਲ। ਇਹਨੇ ਕੀ ਹਾਈਲਾਈਟ ਕੀਤਾ ਮੇਨ ਕੀ ਦਿਖਾਇਆ ਵੀ ਉਹਨਾਂ ਦੇ ਉਦੇਸ਼ ਕੀ ਨੇ ਜਿਹੜੇ ਇੰਡੀਆ ਦੇ ਲੋਕ ਨੇਗੇ ਉਹਦੇ ਉਦੇਸ਼ ਕੀ ਕੁਛ ਨੇਗੇ। ਕਹਿੰਦੇ ਇਹਨੂੰ ਆਪਾਂ ਨੈਕਸਟ ਪੇਜ 'ਤੇ ਕੀ ਕਰਦੇ ਹਾਂ ਨਾਓ ਲੈਟ ਅਸ ਅੰਡਰਸਟੈਂਡ ਵਾਟ ਦਾ ਟਰਮਸ ਯੂਜ਼ਡ ਐਕਚੁਅਲੀ ਮੀਨ ਕਿ ਜਿਹੜੀਆਂ ਟਰਮਸ ਆਪਾਂ ਯੂਜ਼ ਕਰਦੇ ਹਾਂ ਉਹਨਾਂ ਦਾ ਮੀਨਿੰਗ ਕੀ ਆ। ਫਸਟ ਆ ਜੀ ਸਾਵਰਨ ਦਾ ਮਤਲਬ ਕੀ ਹੁੰਦਾ ਕਹਿੰਦੇ ਸਾਵਰਨ ਮੀਨਸ ਪੰਜਾਬੀ 'ਚ ਇਹਨੂੰ ਪ੍ਰਭੂ ਸੱਤਾ ਵੀ ਬੋਲਦੇ ਆ। ਕਹਿੰਦੇ ਇੰਡੀਆ ਇਜ਼ ਨਾਓ ਇੰਡੀਪੈਂਡੈਂਟ ਭਾਰਤ ਹੁਣ ਆਜ਼ਾਦ ਆ। ਇਟ ਇਜ਼ ਨੋ ਲੋਂਗਰ ਗਵਰਨਡ ਬਾਈ ਐਨੀ ਐਕਸਟਰਨਲ ਅਥੋਰਿਟੀ ਐਂਡ ਇਜ਼ ਇਟਸ ਓਨ ਮਾਸਟਰ। ਕੀ ਕਹਿੰਦੇ ਹੁਣ ਆਜ਼ਾਦ ਆ ਭਾਰਤ ਇਹਦੇ ਵਿੱਚ ਹੁਣ ਅੱਗੇ ਜਾ ਕੇ ਕੋਈ ਮਤਲਬ ਕੀ ਆ
ਬਾਹਰਲੀ ਸਰਕਾਰ ਨਹੀਂ ਹੋਊਗੀ ਕਿ ਬਾਹਰਲੇ ਲੋਕ ਆਉਂਦੇ ਆ ਤੇ ਰਾਜ ਕਰਦੇ ਆ, ਠੀਕ ਹੈ ਜੀ। ਤੇ ਇਹਨੂੰ ਕੀ ਮਤਲਬ ਕੀ ਬਣਾਉਂਦੇ ਆ, ਆਪਣਾ ਮਾਸਟਰ ਬਣਾ, ਮਤਲਬ ਇਹ 'ਤੇ ਆਪਣਾ ਰਾਜ ਕਾਇਮ ਕਰਨਗੇ। ਇਹਦਾ ਖੁਦ ਦਾ ਹੁਣ ਇੱਕ ਮਾਸਟਰ ਹੋਊਗਾ ਇੰਡੀਆ ਦਾ। ਸੋਸ਼ਲਿਸਟ ਦੇ ਵਿੱਚ ਕੀ ਆਉਂਦਾ ਜੀ, ਕੀ ਸਮਾਜਿਕ, ਪੰਜਾਬੀ ਦੇ ਵਿੱਚ ਸਮਾਜਿਕ ਕਹਿੰਦੇ ਐਵਰੀਵਨ ਇਜ਼ ਗਿਵਨ ਇਕੁਅਲ ਅਪਰਚੁਨਿਟੀਜ਼ ਟੂ ਮੇਕ ਯੂਜ਼ ਆਫ ਦਾ ਰਿਸੋਰਸਿਸ ਆਫ ਦਾ ਕੰਟਰੀ। ਕੀ ਕਹਿੰਦੇ ਆ, ਕਹਿੰਦੇ ਮੰਨ ਲਓ ਦੇਸ਼ ਆ, ਦੇਸ਼ ਦਾ ਕੋਈ ਵੀ ਰਿਸੋਰਸ ਆ, ਕੋਈ ਵੀ ਸੋਮਾ, ਤਾਂ ਹਰ ਇੱਕ ਕੋਲੇ ਇਕੁਅਲ ਰਾਈਟ ਹੈ, ਇੱਕ ਸਮਾਨ ਅਧਿਕਾਰ ਆ ਜੀ, ਠੀਕ ਹੈ ਜੀ, ਵੀ ਇਹਨੂੰ ਯੂਜ਼ ਕਰ ਸਕੇ। ਇਟ ਵਾਜ਼ ਹੋਪ ਦੈਟ ਦਿਸ ਵੁੱਡ ਨੈਰੋ ਦੀ ਡਿਵਾਈਡ ਬਿਟਵੀਨ ਦੀ ਰਿਚ ਐਂਡ ਪੂਅਰ। ਕਹਿੰਦੇ ਜਿਹੜਾ ਇਹ ਮਤਲਬ ਸੋਸ਼ਲਿਸਟ ਵਾਲਾ ਜਿਹੜਾ ਇਹ ਕੀ ਐਲੀਮੈਂਟ ਆ, ਇਹ ਕੀ ਕਰ ਦੂਗਾ, ਮਤਲਬ ਜਿਹੜੀ ਪਹਿਲਾਂ ਫਰਕ ਸੀਗਾ ਅਮੀਰੀ ਅਤੇ ਗਰੀਬੀ ਦਾ, ਉਹਨੂੰ ਥੋੜ੍ਹਾ ਘੱਟ ਕਰ ਦੇਗਾ। ਹਾਂਜੀ, ਸੈਕੂਲਰ ਦਾ ਮਤਲਬ ਕੀ ਆ ਜਾਂਦਾ, ਧਰਮ ਰਿਲੇਟਡ ਹੁੰਦਾ ਬੇਟਾ। ਦੇਅਰ ਇਜ਼ ਨੋ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਰਿਲੀਜਨ। ਕਹਿੰਦੇ ਧਰਮ ਦੇ ਆਧਾਰ 'ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਊਗਾ, ਮਤਲਬ ਕਿ ਆਲ ਰਿਲੀਜਨਸ ਆਰ ਟ੍ਰੀਟਡ ਇਕੁਅਲੀ। ਜਿੰਨੇ ਵੀ ਧਰਮ ਨੇਗੇ ਉਹ ਸਾਰੇ ਇੱਕ ਸਮਾਨ ਨੇਗੇ, ਕਿਹਦੀਆਂ ਨਜ਼ਰਾਂ ਦੇ ਵਿੱਚ, ਸਮਾਜ ਦੀਆਂ ਨਜ਼ਰਾਂ ਦੇ ਵਿੱਚ। ਨੈਕਸਟ ਆ ਜੀ ਡੈਮੋਕ੍ਰੇਟਿਕ ਦਾ ਮਤਲਬ ਕੀ ਹੁੰਦਾ, ਜਿੱਥੇ ਲੋਕਾਂ ਦੀ ਸਰਕਾਰ ਹੋਵੇ, ਲੋਕ ਕੀ ਬਣਾਉਣ, ਸਰਕਾਰ ਬਣਾਉਣ। ਦ ਪੀਪਲ ਆਫ ਇੰਡੀਆ ਗਵਰਨ ਦੈਮਸੈਲਵਸ ਥਰੂ ਦੇਅਰ ਇਲੈਕਟਡ ਰਿਪਰੈਜ਼ੈਂਟੇਟਿਵ। ਕਹਿੰਦੇ ਇੰਡੀਆ ਦੇ ਜਿਹੜੇ ਲੋਕ ਨੇਗੇ ਉਹ ਖੁਦ ਕੀ ਕਰਦੇ ਆ, ਖੁਦ ਚੁਣਦੇ ਆ ਉਹਨਾਂ ਦੇ ਜਿਹੜੇ ਨੇਤਾ ਹੁੰਦੇ ਆ। ਇਲੈਕਸ਼ਨਸ ਆਰ ਕੰਡਕਟਡ ਐਟ ਰੈਗੂਲਰ ਇੰਟਰਵਲਸ। ਕੀ ਕਹਿੰਦੇ ਆ, ਕਹਿੰਦੇ ਇੱਕ ਫਿਕਸ ਟਾਈਮ ਦੇ ਬਾਅਦ, ਇੱਕ ਰੈਗੂਲਰ ਟਾਈਮ ਦੇ ਬਾਅਦ ਇਲੈਕਸ਼ਨਸ ਹੁੰਦੇ ਆ। ਪੀਪਲ ਕੈਨ ਚੇਂਜ ਦਾ ਗੌਰਮੈਂਟ, ਮਤਲਬ ਅਗਰ ਕੁਛ ਉਹਨਾਂ ਨੂੰ ਲੱਗਦਾ ਵੀ ਇਹ ਨੇਤਾ ਸਹੀ ਨਹੀਂ ਹੈਗਾ ਤਾਂ ਉਹਨੂੰ ਚੇਂਜ ਕਰ ਸਕਦੇ ਆ ਗੌਰਮੈਂਟ ਨੂੰ, ਠੀਕ ਹੈ ਜੀ। ਇਫ ਦੇ ਸੋ ਡਿਜ਼ਾਇਰ ਇਨ ਦਾ ਇਲੈਕਸ਼ਨਸ, ਮਤਲਬ ਜਿੱਦਾਂ ਦਾ ਉਹ ਇਲੈਕਸ਼ਨਾਂ 'ਚ ਚਾਹੁੰਦੇ ਉੱਦਾਂ ਉਹ ਕਰ ਸਕਦੇ ਆ। ਨੈਕਸਟ ਆ ਜੀ ਰਿਪਬਲਿਕ। ਕੀ ਕਹਿੰਦੇ ਆ, ਕਹਿੰਦੇ ਜਿਹੜੀ ਇੰਡੀਅਨ ਕੌਂਸਟੀਟਿਊਸ਼ਨ ਆ, ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਕੀ ਹੁੰਦਾ, ਦੈਟ ਦੀ ਹੈਡ ਆਫ ਸਟੇਟ ਵਿਲ ਬੀ ਇਲੈਕਟਡ ਐਂਡ ਕੀ ਕਹਿੰਦੇ ਆ ਜੀ, ਕਹਿੰਦੇ ਜਿਹੜਾ ਹੈਡ ਹੁੰਦਾ ਸਟੇਟ ਦਾ ਉਹਨੂੰ ਇਲੈਕਟ ਕੀਤਾ ਜਾਂਦਾ, ਚੁਣਿਆ ਜਾਂਦਾ ਵੋਟਾਂ ਦੇ ਥਰੂ। ਇਹ ਨਹੀਂ ਹੈਗਾ ਕਿ ਕੋਈ ਹੈਰੀਡਿਟੀ ਕੋਈ ਰੂਲਰ ਹੈ ਉੱਥੋਂ ਦਾ, ਮਤਲਬ ਪਹਿਲਾਂ ਕੋਈ ਰਾਜਾ ਸੀ ਫਿਰ ਉਹਦਾ ਬੇਟਾ ਉੱਥੋਂ ਰਾਜ ਕਰੂਗਾ, ਇੱਦਾਂ ਨਹੀਂ ਹੁੰਦਾ। ਇਲੈਕਸ਼ਨਸ ਦੇ ਵਿੱਚ ਇਹ ਚੂਜ਼ ਕਰਦੇ ਆ। ਦਸ ਵੀ ਹੈਵ ਏ ਪ੍ਰੈਜ਼ੀਡੈਂਟ ਹੂ ਇਜ਼ ਇਲੈਕਟਡ। ਤਾਂ ਪ੍ਰੈਜ਼ੀਡੈਂਟ ਇੱਦਾਂ ਦਾ ਹੋਊਗਾ ਜਿਹਨੂੰ ਆਪਾਂ ਨੇ ਚੁਣਿਆ ਹੋਊਗਾ, ਅਤੇ ਜਿਹਨੂੰ ਕੀ ਆ ਫਿਕਸਡ ਟਰਮ ਦੇ ਲਈ ਆਪਾਂ ਕੀ ਕੀਤਾ ਹੋਊਗਾ, ਚੂਜ਼ ਕੀਤਾ ਹੋਊਗਾ। ਜਸਟਿਸ ਦੇ ਵਿੱਚ ਕੀ ਆਉਂਦਾ, ਕਹਿੰਦੇ ਜਿਹੜਾ ਇੰਡੀਅਨ ਕੌਂਸਟੀਟਿਊਸ਼ਨ ਆ ਇਹ ਕੀ ਕਹਿੰਦਾ, ਇਕੁਅਲ ਰਾਈਟ ਦਿੰਦਾ ਹਰ ਇੱਕ ਨਾਗਰਿਕ ਨੂੰ, ਹਰ ਇੱਕ ਸਿਟੀਜ਼ਨਸ ਨੂੰ, ਜਸਟ ਸੁਸਾਇਟੀ ਬਾਈ ਰਿਡਿਊਸਿੰਗ ਇਕਨੋਮਿਕ ਐਂਡ ਸੋਸ਼ਲ ਇਨਇਕੁਐਲਿਟੀਜ਼। ਕੀ ਕਰਦਾ, ਕਹਿੰਦੇ ਇਹਦੇ ਨਾਲ ਕੀ ਹੁੰਦਾ, ਜਸਟਿਸ ਦੇ ਥਰੂ ਕੀ ਹੁੰਦਾ, ਜਿਹੜੀ ਸੁਸਾਇਟੀ ਹੁੰਦੀ ਆ ਉਹਦੇ ਵਿੱਚ ਜਿਹੜੇ ਮਤਲਬ ਕੀ ਆ, ਆਪਾਂ ਕਹਿ ਦਿੰਦੇ ਹਾਂ ਵੀ ਕੋਈ ਅਮੀਰ ਹੈ ਕੋਈ ਗਰੀਬ ਆ, ਜਾਂ ਫਿਰ ਸਮਾਜਿਕ ਜਿਹੜੀ ਅਸਮਾਨਤਾ ਹੈ ਉਹ ਖਤਮ ਹੋ ਜਾਂਦੀ ਆ। ਫੋਰ ਐਗਜ਼ਾਮਪਲ ਰਿਜ਼ਰਵੇਸ਼ਨਸ ਆਰ ਗਿਵਨ ਟੂ ਦੋਜ਼ ਹੂ ਬਿਲੋਂਗ ਟੂ ਸ਼ਡਿਊਲ ਕਾਸਟ ਔਰ ਸ਼ਡਿਊਲ ਟਰਾਈਬਸ। ਕੀ ਕਹਿੰਦੇ ਆ, ਕਹਿੰਦੇ ਰਿਜ਼ਰਵੇਸ਼ਨ ਮਤਲਬ ਦਿੱਤੀ ਜਾਂਦੀ ਆ ਉਹਨਾਂ ਲੋਕਾਂ ਨੂੰ ਜਿਹੜੇ ਕੀ ਆ ਸ਼ਡਿਊਲ ਕਾਸਟਾਂ ਨੂੰ ਬਿਲੋਂਗ ਕਰਦੇ ਆ ਜਾਂ ਸ਼ਡਿਊਲ ਕਬੀਲਿਆਂ ਨੂੰ ਬਿਲੋਂਗ ਕਰਦੇ ਆ, ਰਾਖਵੀਆਂ ਜਾਤੀਆਂ ਜਾਂ ਰਾਖਵੀਆਂ ਸ਼੍ਰੇਣੀਆਂ ਕਿਹਾ ਜਾਂਦਾ, ਜਿਨ੍ਹਾਂ ਨੂੰ ਕਹਿੰਦੇ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਜਾਂ ਫਿਰ ਕੋਈ ਗੌਰਮੈਂਟ ਜੋਬ ਕਰਨੀ ਆ ਉੱਥੇ ਵੀ ਇਹਨਾਂ ਦੀਆਂ ਰਾਖਵੀਆਂ ਸੀਟਾਂ ਹੁੰਦੀਆਂ ਨੇ। ਨੈਕਸਟ ਹੈ ਜੀ ਲਿਬਰਟੀ ਕੀ ਹੁੰਦਾ ਬੇਟਾ, ਲਿਬਰਟੀ ਹੁੰਦਾ ਫਰੀडम ਰਿਲੇਟਡ। ਕਹਿੰਦਾ ਕੌਂਸਟੀਟਿਊਸ਼ਨ ਗਿਵਨ ਦਾ ਸਿਟੀਜ਼ਨਸ ਦਾ ਫਰੀडम ਟੂ ਐਕਸਪ੍ਰੈਸ ਦੇਅਰ ਓਪੀਨੀਅਨ। ਹਾਂਜੀ, ਜਿਹੜਾ ਸੰਵਿਧਾਨ ਆ ਉਹ ਕੀ ਕਹਿੰਦਾ, ਕਹਿੰਦੇ ਜਿਹੜੇ ਨਾਗਰਿਕ ਨੇਗੇ ਉਹ ਕਿਤੇ ਵੀ ਆਪਣੀ ਰਾਏ ਦੇ ਸਕਦੇ, ਉਹਨਾਂ ਨੂੰ ਪੂਰੀ ਆਜ਼ਾਦੀ ਆ। ਫੋਲੋ ਦੇਅਰ ਓਨ ਪਾਥ, ਆਪਣਾ ਰਸਤਾ ਉਹ ਕੀ ਕਰ ਸਕਦੇ ਆ, ਚੁਣ ਸਕਦੇ ਆ, ਉਹਨੂੰ ਫੋਲੋ ਕਰ ਸਕਦੇ ਆ। ਆਲਸੋ ਚੂਜ਼ ਦਾ ਆਕੂਪੇਸ਼ਨ ਆਫ ਦੇਅਰ ਚੋਇਸ, ਜਿਹੜਾ ਕੰਮ ਉਹ ਕਰਨਾ ਚਾਹੁੰਦੇ ਆ, ਜਿਹੜਾ ਧੰਦਾ ਉਹ ਸ਼ੁਰੂ ਕਰਨਾ ਚਾਹੁੰਦੇ ਆ ਉਹਨੂੰ ਉਹ ਕਰ ਸਕਦੇ ਨੇ, ਉਹਨਾਂ ਨੂੰ ਪੂਰਾ ਅਧਿਕਾਰ ਹੈ ਉਸ ਚੀਜ਼ ਦਾ। ਨੈਕਸਟ ਹੈ ਜੀ ਇਕੁਐਲਿਟੀ ਦੇ ਵਿੱਚ ਕੀ ਕਹਿੰਦੇ ਆ, ਇਕੁਐਲਿਟੀ ਹੁੰਦਾ ਬੇਟਾ ਸਮਾਨਤਾ, ਸਾਰੇ ਇੱਕੋ ਸਮਾਨ ਨੇ, ਇੱਕੋ ਜਿਹੇ ਆ, ਇਕੁਅਲ ਆ। ਕਹਿੰਦੇ ਆਲ ਸਿਟੀਜ਼ਨਸ ਆਰ ਕੰਸੀਡਰਡ ਇਕੁਅਲ ਬਿਫੋਰ ਦੀ ਲਾਅ। ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਕੀ ਆ, ਸਾਰੇ ਨਾਗਰਿਕ ਇੱਕ ਨੇ। ਆਲ ਕਾਈਂਡ ਆਫ ਡਿਸਕ੍ਰਿਮੀਨੇਸ਼ਨਸ ਆਰ ਡੀਮਡ ਇਲੀਗਲ ਐਂਡ ਦੇਅਰਫੋਰ ਪੁਨਿਸ਼ੇਬਲ ਬਾਈ ਲਾਅ। ਕਹਿੰਦੇ ਕਿਸੇ ਵੀ ਤਰ੍ਹਾਂ ਦਾ ਅਗਰ ਕੋਈ ਵਿਤਕਰਾ ਕਿਸੇ ਨਾਲ ਕੀਤਾ ਜਾਂਦਾ, ਠੀਕ ਹੈ ਜੀ, ਤਾਂ ਇਹ ਕੀ ਹੈ, ਕਾਨੂੰਨੀ ਜੁਰਮ ਹੈ ਇਹ,
ਤੇ ਇਹਦੇ ਲਈ ਕੀ ਮਿਲਦੀ ਆ ਅਗਲੇ ਨੂੰ ਪਨਿਸ਼ਮੈਂਟ ਮਿਲਦੀ ਆ। ਨੈਕਸਟ ਹੈ ਜੀ ਫਰਟਰਨਿਟੀ। ਫਰਟਰਨਿਟੀ ਦਾ ਮਤਲਬ ਕੀ ਹੁੰਦਾ ਬੇਟਾ, ਕਹਿੰਦੇ ਇਹ ਉਹ ਵਾਲੇ ਲੋਕ ਹੁੰਦੇ ਆ ਜਿਹੜੇ ਕੀ ਕਰਦੇ ਇੱਕੋ ਜਿਹੇ ਹੁੰਦੇ ਗਰੁੱਪ 'ਚ, ਜਿਹੜੇ ਇੱਕੋ ਜਿਹੇ ਹੁੰਦੇ ਆ ਬਿਲਕੁਲ ਇੱਕ, ਉਹਨਾਂ ਦੇ ਵਿੱਚ ਕੀ ਹੁੰਦਾ ਕੋਮਨ ਗੁਣ ਹੁੰਦਾ। ਇੰਡੀਆ ਕਹਿੰਦੇ ਭਾਰਤ ਮਤਲਬ ਕੀ ਆ, ਇੱਕ ਇੱਦਾਂ ਦੀ ਧਰਤੀ ਆ ਜਿੱਥੇ ਅਲੱਗ ਅਲੱਗ ਮਤਲਬ ਵਿਰੋਧ ਕਰਨ ਵਾਲੇ ਲੋਕ ਵੀ ਰਹਿੰਦੇ ਨੇ, ਅਤੇ ਕੀ ਹੈ ਅਲੱਗ ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਭਿੰਨ ਟਾਈਪ ਦੇ ਲੋਕ ਰਹਿੰਦੇ ਨੇਗੇ। ਠੀਕ ਹੈ ਜੀ, ਜਿਨ੍ਹਾਂ ਦੇ ਕੀ ਆ ਬੇਟਾ ਜੀ ਵਿਸ਼ਵਾਸ ਕੀ ਨੇ, ਉਹ ਅਲੱਗ ਅਲੱਗ ਨੇ, ਅਲੱਗ ਅਲੱਗ ਮਿੱਥ ਨੇ ਉਹਨਾਂ ਦੇ। ਠੀਕ ਹੈ ਜੀ, ਅਲੱਗ ਅਲੱਗ ਉਹਨਾਂ ਦਾ ਸੱਭਿਆਚਾਰ ਹੈ, ਅਲੱਗ ਅਲੱਗ ਉਹਨਾਂ ਦਾ ਟਰਡੀਸ਼ਨ, ਮਤਲਬ ਅਲੱਗ ਅਲੱਗ ਹੈ ਸਾਰਾ ਕੁਛ, ਭਾਸ਼ਾ ਵੀ ਉਹਨਾਂ ਦੀ ਅਲੱਗ ਹੈ। ਕਹਿੰਦੇ ਬਟ ਇਹ ਸਾਰਾ ਕੁਛ ਹੁੰਦੇ ਹੋਏ ਕੀ ਕਹਿੰਦਾ ਸੰਵਿਧਾਨ, ਕਹਿੰਦੇ ਯੂਨਿਟੀ ਨੂੰ ਕਾਇਮ ਰੱਖਣਾ ਚਾਹੁੰਦਾ ਉਹ ਇੰਡੀਆ ਦੀ ਨੂੰ, ਕਿਤੇ ਸਾਰੇ ਇੱਕ ਹੋ ਕੇ ਰਹਿਣ। ਠੀਕ ਹੈ ਜੀ, ਇਹਦੇ ਲਈ ਉਹਨੇ ਫਰਟਰਨਿਟੀ ਜਾਂ ਫਿਰ ਬ੍ਰਦਰਹੁੱਡ ਦੀ ਜਿਹੜੀ ਫੀਲਿੰਗ ਆ ਉਹਨੂੰ ਡਿਵੈਲਪ ਕੀਤਾ ਜਿੰਨੇ ਵੀ ਲੋਕ ਨੇ ਇੰਡੀਆ ਦੇ ਉਹਦੇ ਵਿੱਚ।